ਵੈਰੀ ਗੁੱਡ ਈਵਨਿੰਗ ਸਟੂਡੈਂਟਸ। ਬੱਚੇ ਆਪਾਂ ਬੇਸਿਕ ਸਟਾਰਟ ਕੀਤਾ ਸੀਗਾ, ਠੀਕ ਹੈ। ਥੋੜ੍ਹਾ ਕੁ ਇੰਟਰੋਡਕਸ਼ਨ ਸੀਗੀ ਸਟੈਟਿਸਟੀਕਲ ਫਿਜ਼ਿਕਸ ਦੀ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣੇ ਟੌਪਿਕਸ ਨੂੰ। ਸਟੈਟਿਸਟੀਕਲ ਫਿਜ਼ਿਕਸ ਜਾਂ ਫਿਰ ਸਟੈਟਿਸਟਿਕਸ ਦੋ ਕੈਟਾਗਰੀ 'ਚ ਸਪਲਿਟ ਹੁੰਦਾ ਹੈ ਫਰਦਰ, ਬੋਜ਼-ਆਈਨਸਟਾਈਨ ਔਰ ਫਰਮੀ ਡਰੈਕ। ਬੋਜ਼-ਆਈਨਸਟਾਈਨ ਨੂੰ ਆਪਾਂ BE ਸਟੈਟਿਸਟਿਕਸ ਬੋਲਦੇ ਹਾਂ ਔਰ ਫਰਮੀ ਡਰੈਕ ਨੂੰ FD, ਠੀਕ ਹੈ। ਇਹਦੀ ਮੈਂ ਡੈਫੀਨੇਸ਼ਨਸ 'ਤੇ ਅਜੇ ਨਹੀਂ ਜਾਣਾ, ਸਿਰਫ ਜਸਟ ਬੇਸਿਕਸ ਨੇ। ਜੋ ਫੋਟੋਨਸ ਜਾਂ ਫਿਰ ਜੋ ਆਇਨਸ ਫਰਮੀ ਬੋਜ਼ ਆਈਨਸਟਾਈਨ ਨੂੰ ਓਬੇ ਕਰਦੇ ਉਹਨਾਂ ਨੂੰ ਆਪਾਂ ਬੋਜ਼ੋਨਸ ਬੋਲਦੇ ਹਾਂ, ਠੀਕ ਹੈ ਜੀ। ਸੋ ਉਹ ਵਾਲੇ ਆਇਨਸ ਜਿਹੜੇ ਫਰਮੀ ਡਰੈਕ ਨੂੰ ਓਬੇ ਕਰਦੇ ਆ ਉਹਨਾਂ ਨੂੰ ਆਪਾਂ ਫਰਮੀਓਨਸ ਬੋਲਦੇ ਹਾਂ, ਰਾਈਟ। ਸਿੰਪਲ ਸਟੈਟਿਸਟਿਕਸ split into two categories such as Bose-Einstein statistics and Fermi-Dirac statistics, right? The particle whose obey Bose-Einstein stat, those known as bosons, or other particle whose obey Fermi-Dirac stat known as fermions, right? So there are few factors which we're going to use in this chapter. These factors are known as probability factors, right? So probability factors, we will use various terms in case to study probability. Those terms are known as probability factors, right? So first अपने कोल topic है जी trial and events. Trial means experiment, events means outcome. Now trial means what are you going to do or what are you going to perform, that is known as trial. If we talk about events, events are the outcome of the experiment, or you can say that the result of that trial is known as event. For example, if I am tossing a coin, now this is the experiment, that means this is known as trial, right? So after tossing a coin, I am getting either head or tail, right? Now this is the outcome of this experiment, that's why I am writing event. Why? Because we familiar with it now. We can say that trial is experiment which we're going to perform, which we're going to do, right? Event is the outcome of that experiment, or you can say that result of that event, right? So the first category is exhaustive events. Exhaustive event means total number of possible outcomes in any trial. ਕਿੰਨੇ ਨੰਬਰ ਆਫ ਕੇਸਿਸ ਦੇ ਰਿਜ਼ਲਟ ਜਿਹੜੇ ਆ ਉਹ ਇੱਕ ਟਰਾਇਲ 'ਚ ਆ ਸਕਦੇ ਆ, ਉਹਨੂੰ ਆਪਾਂ ਕਹਿੰਦੇ ਆ ਐਗਜ਼ੌਸਟਿਕ ਈਵੈਂਟ। ਐਗਜ਼ਾਮਪਲ ਦੇ ਨਾਲ ਕਲੀਅਰ ਹੋ ਜਾਊਗਾ। ਫੋਰ ਐਗਜ਼ਾਮਪਲ, ਇੱਕ ਮੈਂ 6 ਫੇਸ ਵਾਲੀ ਡਾਈਜ਼ ਆ ਉਹਨੂੰ ਥਰੋ ਕਰਦੀ ਹਾਂ, ਇਹਦਾ ਮਤਲਬ 6 ਪੋਸੀਬਿਲਿਟੀਜ਼ ਹੈਗੀਆਂ ਮੇਰੇ ਕੋਲ, ਠੀਕ ਹੈ। 6 ਟਾਈਮਸ ਕਮ ਅਪ ਹੋਣ ਦੀਆਂ, ਮਤਲਬ 6 ਪੋਸੀਬਲਸ ਮੇਰੇ ਕੋਲ ਪੋਸੀਬਿਲਿਟੀਜ਼ ਉੱਥੇ ਹੈਗੀਆਂ ਨੇ, ਠੀਕ ਹੈ। ਕਿਉਂ? ਕਿਉਂਕਿ ਉਹਦੇ 6 ਫੇਸਿਸ ਨੇ। ਉਹਨੂੰ ਫਿਰ ਆਪਾਂ ਕੀ ਕਵਾਂਗੇ? ਐਗਜ਼ੌਸਟਿਕ ਈਵੈਂਟ, ਰਾਈਟ। Next term is favorable events. Favorable events मतलब the number of cases favorable in an event in a trial is the number of outcomes which entail the happening of the event. Definition ਦਾ मतलब ਕੀ ਹੈ? Clear ਹੋ ਜਾਊਗਾ with the help of example. For example, in drawing a card from a pack of cards, number of cards ਦੇ ਵਿੱਚੋਂ ਮੈਂ ਇੱਕ ਕਾਰਡ ਨੂੰ ਡਰੋ ਕਰਦੀ ਹਾਂ, ਤਾਸ਼ ਦੇ ਬੱਚਿਆਂ ਚੋਂ ਇੱਕ ਨੂੰ ਮੈਂ ਸਕ੍ਰੈਪ ਕਰਦੀ ਹਾਂ। ਇਹਦਾ ਮਤਲਬ ਨੰਬਰ ਆਫ ਫੇਵਰੇਬਲ ਕੇਸਿਸ ਕਿੰਨੇ ਹੋਣਗੇ? ਕਾਹਦੇ? ਕਿੰਗ ਦੇ ਚਾਂਸਿਸ। ਉੱਥੇ 4 ਕਿੰਗ ਹੁੰਦੇ ਆ, ਇਹਦਾ ਮਤਲਬ ਕਿ ਮੇਰੇ ਕੋਲ ਟੋਟਲ 52 ਕਾਰਡਸ ਨੇ, ਠੀਕ ਹੈ। ਜੇ ਮੈਂ ਉਹਨਾਂ ਨੂੰ ਮਤਲਬ ਸਕਰਬਲ ਕਰਦੀ ਹਾਂ, ਇਹਦਾ ਮਤਲਬ 26 ਕਾਰਡਸ ਜਿਹੜੇ ਆ ਮੇਰੇ ਕੋਲ ਰੈੱਡ ਹੋਣਗੇ, ਠੀਕ ਹੈ। ਜਿਨ੍ਹਾਂ 'ਤੇ ਰੈੱਡ ਡਰਾਇੰਗ ਹੋਏਗੀ, ਦੈਟ ਮੀਨਸ ਉਹਨਾਂ 'ਚੋਂ 4 ਕੀ ਹੋਣਗੇ? ਕਿੰਗ ਹੋਣਗੇ, ਅਤੇ 4 ਕੀ ਹੋਣਗੀਆਂ? ਕੁਈਨਸ। ਇਸ ਤਰੀਕੇ ਦੀ ਕੈਟਾਗਰੀ ਨੂੰ ਆਪਾਂ ਬੋਲਦੇ ਹਾਂ ਫੇਵਰੇਬਲ ਕੇਸਿਸ, ਓਕੇ ਜੀ। ਨੈਕਸਟ ਆਪਣੇ ਕੋਲ ਹੈਗੀ ਆ ਮਿਊਚੁਅਲੀ ਐਕਸਕਲੂਸਿਵ ਈਵੈਂਟਸ। ਉਹ ਵਾਲੇ ਈਵੈਂਟ ਜਿਹਨਾਂ ਨੂੰ ਆਪਾਂ ਮਿਊਚੁਅਲੀ ਐਕਸਕਲੂਸਿਵ ਕਹਿੰਦੇ ਹਾਂ, ਕਦੋਂ? ਇਫ ਜੇਕਰ ਨੋ ਟੂ ਆਫ ਦੈਮ ਕੈਨ ਅਕਰ ਸਾਈਮਲਟੇਨੀਅਸਲੀ, ਠੀਕ ਹੈ। ਦੋਵਾਂ ਦੇ ਵਿੱਚੋਂ ਕਿਸੇ ਇੱਕ ਦੇ ਜਾਂ ਆਪਸ ਵਿੱਚ ਇੱਕ ਦੂਜੇ ਦੇ ਅਕਰ ਹੋਣ ਦੀ ਕੋਈ ਪੋਸੀਬਿਲਿਟੀ ਨਹੀਂ ਹੁੰਦੀ, ਉਹਨੂੰ ਕਹਿੰਦੇ ਮਿਊਚੁਅਲ ਐਕਸਕਲੂਸਿਵ ਈਵੈਂਟਸ। ਇਹਦਾ ਕੀ ਮਤਲਬ ਆ ਕਿ ਜੇ ਮੈਂ ਟੌਸ ਕਰਾਂ ਇੱਕ ਕੋਇਨ ਨੂੰ, ਠੀਕ ਆ, ਮੇਰੇ ਕੋਲ ਇੱਕ ਪੋਸੀਬਿਲਿਟੀ ਆ ਕਿ ਇੱਕ ਸਾਈਡ 'ਤੇ ਮੇਰੇ ਕੋਲ ਹੈੱਡ ਵੀ ਆ ਸਕਦਾ, ਇੱਕ ਵਾਰ ਟੇਲ ਵੀ ਆ ਸਕਦਾ। ਇਹਦਾ ਮਤਲਬ ਮੇਰੇ ਕੋਲ ਕੋਈ ਪੋਸੀਬਿਲਿਟੀ ਸ਼ੋਰ ਨਹੀਂ ਗੀ ਕਿ ਹੈੱਡ ਕਿੰਨੀ ਵਾਰੀ ਆਊ ਅਤੇ ਟੇਲ ਕਿੰਨੀ ਵਾਰੀ ਆਊ। ਪੋਸੀਬਿਲਿਟੀ ਮੇਰੇ ਕੋਲ ਕੀ ਆ? ਹੈੱਡ ਵੀ ਆ ਸਕਦਾ ਅਤੇ ਟੇਲ ਵੀ ਆ ਸਕਦਾ, ਮਤਲਬ ਸਾਈਮਲਟੇਨੀਅਸ ਹੋ ਗਿਆ ਨਾ। ਨੈਕਸਟ ਹੈਗਾ ਇਕੁਅਲੀ ਲਾਈਕਲੀ ਈਵੈਂਟਸ। ਉਹ ਵਾਲੇ ਈਵੈਂਟਸ ਜਿਹਨਾਂ ਨੂੰ ਆਪਾਂ ਇਕੁਅਲੀ ਲਾਈਕਲੀ ਕਹਿੰਦੇ ਆ, ਇਫ ਨਨ ਆਫ ਦੈਮ ਇਜ਼ ਐਕਸਪੈਕਟਡ ਇਨ
ਪ੍ਰੈਫਰੈਂਸ ਟੂ ਅਦਰ। ਇਹਦਾ ਕੀ ਮਤਲਬ ਆ, ਅਗੇਨ ਆਪਾਂ ਟੌਸ ਕਰਦੇ ਹਾਂ ਕੋਇਨਸ ਨੂੰ, ਹੈੱਡ ਜਿਹੜਾ ਵਾ, ਠੀਕ ਆ, ਆਪਾਂ ਨੂੰ ਪਤਾ ਹੈੱਡ ਵੀ ਆ ਸਕਦਾ ਟੌਸ ਕਰਨ 'ਤੇ, ਟੇਲ ਵੀ ਆ ਸਕਦਾ। ਇਹਦਾ ਮਤਲਬ ਹੈੱਡ ਅਤੇ ਟੇਲ ਜਿਹੜੇ ਦੋਵਾਂ ਦੇ ਆਊਟਕਮ ਆਉਣ ਦੇ ਚਾਂਸਿਸ ਇੱਕੋ ਜਿਹੇ ਹੋਣ ਜਦੋਂ ਉਹਨੂੰ ਕਹਿੰਦੇ ਇਕੁਅਲੀ ਲਾਈਕਲੀ ਇਵੈਂਟ, ਠੀਕ ਹੈ ਜੀ। ਨੈਕਸਟ ਆ ਗਿਆ ਆਪਣੇ ਕੋਲ ਇੰਡੀਪੈਂਡੈਂਟ ਇਵੈਂਟ। ਇੰਡੀਪੈਂਡੈਂਟ ਇਵੈਂਟ ਮਤਲਬ ਦੋ ਜਾਂ ਦੋ ਤੋਂ ਵੱਧ ਇਵੈਂਟਸ, ਉਹਨੂੰ ਆਪਾਂ ਇੰਡੀਪੈਂਡੈਂਟ ਕਹਿੰਦੇ ਹਾਂ। ਕਦੋਂ? ਇਫ ਦੀ ਅਕੁਰੈਂਸ ਆਫ ਵਨ ਡਜ਼ਨਟ ਇਫੈਕਟ ਦੀ ਅਕੁਰੈਂਸ ਆਫ ਅਦਰ। ਇੱਕ ਦੀ ਮਤਲਬ ਇੱਕ ਦਾ ਅਸਰ ਦੂਸਰੇ 'ਤੇ ਨਾ ਪਵੇ, ਉਹਨੂੰ ਕਹਿੰਦੇ ਇੰਡੀਪੈਂਡੈਂਟ ਇਵੈਂਟਸ। ਨਾਮ ਤੋਂ ਹੀ ਕਲੀਅਰ ਹੈ, ਇੰਡੀਪੈਂਡੈਂਟ ਜਿਹੜੇ ਇੱਕ ਦੂਜੇ ਦੇ ਡਿਪੈਂਡੈਂਟ ਨਹੀਂ ਹੈ। ਐਗਜ਼ਾਮਪਲ ਅਗੇਨ ਆਪਾਂ ਟੌਸ ਕੀਤਾ ਕੋਇਨਸ ਨੂੰ, ਇਹਦਾ ਮਤਲਬ ਮੈਂ ਜਦੋਂ ਪਹਿਲੀ ਵਾਰੀ ਮੰਨ ਲਓ ਟੌਸ ਕੀਤਾ, ਉਦੋਂ ਮੇਰੇ ਕੋਲ ਹੈੱਡ ਆਉਂਦਾ ਫਸਟ ਟਾਈਮ 'ਤੇ, ਹੋ ਗਿਆ ਮੇਰਾ ਟਰਾਇਲ, ਠੀਕ ਹੈ। ਹੁਣ ਉਹ ਇੰਡੀਪੈਂਡੈਂਟ ਆ ਕੇ ਸੈਕਿੰਡ ਟਾਈਮ ਵੀ ਹੈੱਡ ਹੀ ਆਊਗਾ, ਕੋਈ ਜ਼ਰੂਰੀ ਥੋੜ੍ਹੀ ਆ ਥਰਡ ਟਾਈਮ ਮੈਂ ਟੌਸ ਕਰਾਂ, ਇਹ ਵੀ ਪੋਸੀਬਿਲਿਟੀ ਨਹੀਂ ਕਿ ਵੀ ਦੁਬਾਰਾ ਮੇਰੇ ਕੋਲ ਹੈੱਡ ਹੀ ਆਊਗਾ, ਹੋ ਸਕਦਾ ਉਦੋਂ ਟੇਲ ਆ ਜੀ, ਰਾਈਟ। ਦੈਟ ਮੀਨਸ ਉਹਨੂੰ ਫਿਰ ਈਵੈਂਟ ਨੂੰ ਕੀ ਕਹਾਂਗੇ? ਇੰਡੀਪੈਂਡੈਂਟ। ਜਦੋਂ ਐਕਸਪੈਰੀਮੈਂਟ ਬਾਰ-ਬਾਰ ਪਰਫੋਰਮ ਕਰਨ 'ਤੇ ਸੇਮ ਰਿਜ਼ਲਟ ਨਾ ਦੇਵੇ, ਠੀਕ ਹੈ ਜੀ। ਇਹ ਕੁਝ ਬੇਸਿਕ ਪ੍ਰੋਪਰਟੀਜ਼ ਸੀਗੀਆਂ ਕਾਹਦੀਆਂ? ਪ੍ਰੋਬੇਬਿਲਿਟੀ ਦੀਆਂ, ਜਿਹਨਾਂ ਨੂੰ ਆਪਾਂ ਪ੍ਰੋਬੇਬਿਲਿਟੀ ਫੈਕਟਰਸ ਬੋਲਦੇ ਹਾਂ, ਰਾਈਟ। ਸੋ ਨੈਕਸਟ ਮੇਰੇ ਕੋਲ ਟਰਮ ਹੈਗੀ ਆ ਪ੍ਰੋਬੇਬਿਲਿਟੀ। ਪ੍ਰੋਬੇਬਿਲਿਟੀ ਦਾ ਮਤਲਬ ਕੀ ਹੁੰਦਾ ਵਾ? ਦੀ ਪ੍ਰੋਬੇਬਿਲਿਟੀ ਆਫ ਐਨ ਇਵੈਂਟ ਇਜ਼ ਡਿਫਾਈਨਡ ਐਜ਼ ਦੀ ਰੇਸ਼ੀਓ ਆਫ ਨੰਬਰ ਆਫ ਕੇਸਿਸ ਫੇਵਰਿੰਗ ਦੀ ਇਵੈਂਟ ਟੂ ਦੀ ਟੋਟਲ ਨੰਬਰ ਆਫ ਇਕੁਅਲੀ ਲਾਈਕਲੀ ਕੇਸਿਸ। ਪਹਿਲਾਂ ਇਹਦੀ ਐਗਜ਼ਾਮਪਲ ਸਮਝੋ, ਪ੍ਰੋਬੇਬਿਲਿਟੀ ਹੁੰਦੀ ਕੀ ਆ? ਪ੍ਰੋਬੇਬਿਲਿਟੀ ਮਤਲਬ ਡਿਪੈਂਡਸ ਅਪੋਨ ਚਾਂਸ, ਕਿ ਹੈੱਡ ਆਊਗਾ ਕਿ ਟੇਲ ਆਊਗਾ ਜਦੋਂ ਆਪਾਂ ਕੋਇਨ ਨੂੰ ਟੌਸ ਕਰਦੇ ਹਾਂ। ਆਪਾਂ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ, ਰਾਈਟ। ਉਹਨੇ ਕਿਹਾ ਵੀ ਟੌਸ ਅ ਕੋਇਨ, ਆਪਾਂ ਇੱਕ ਕੋਇਨ ਨੂੰ ਟੌਸ ਕਰਦੇ ਹਾਂ। ਦੀ ਚਾਂਸ ਦੈਟ ਹੈੱਡ ਸ਼ੈਲ ਬੀ ਅਪ ਇਜ਼ ਇਕੁਅਲ ਟੂ ਦੀ ਚਾਂਸ ਦੈਟ ਟੇਲ ਆਫ ਦੀ ਕੋਇਨ ਸ਼ੈਲ ਬੀ ਅਪ, ਠੀਕ ਹੈ ਜੀ। ਦੀ ਈਵੈਂਟ ਕੈਨ ਟੇਕਸ ਪਲੇਸ ਇਨ ਟੂ ਵੇਜ਼। ਹੋ ਸਕਦਾ ਹੈੱਡ ਇੱਕ ਵਾਰੀ ਅਪ ਹੋਵੇ, ਸੈਕਿੰਡ ਟਾਈਮ ਟੇਲ ਅਪ ਹੋਵੇ, ਹੋ ਸਕਦਾ ਦੋਵੇਂ ਵਾਰੀ ਟੌਸ ਕਰਨ 'ਤੇ ਹੈੱਡ ਅਪ ਹੋਵੇ ਜਾਂ ਫਿਰ ਟੇਲ ਅਪ ਹੋਣ, ਕੁਛ ਵੀ ਹੋ ਸਕਦਾ, ਠੀਕ ਹੈ। ਮਤਲਬ ਜਦੋਂ ਕੋਈ ਚੀਜ਼ ਦੀ ਆਊਟਕਮ ਡਿਪੈਂਡਸ ਅਪੋਨ ਚਾਂਸ 'ਤੇ ਡਿਪੈਂਡ ਕਰੇ, ਉਹਨੂੰ ਕਹਿੰਦੇ ਪ੍ਰੋਬੇਬਿਲਿਟੀ। ਲੱਕ 'ਤੇ ਡਿਪੈਂਡ ਕਰੇ, ਉਹਨੂੰ ਕਹਿੰਦੇ ਪ੍ਰੋਬੇਬਿਲਿਟੀ। ਜਦੋਂ ਸਾਨੂੰ ਸ਼ਿਓਰਿਟੀ ਨਾ ਹੋਵੇ ਕਿ ਅਕਰੈਂਸ ਕੁਝ ਵੀ ਹੋ ਸਕਦੀ ਹੈ, ਉਹਨੂੰ ਕਹਿੰਦੇ ਪ੍ਰੋਬੇਬਿਲਿਟੀ, ਠੀਕ ਹੈ ਜੀ। ਜਦੋਂ ਸਾਡੇ ਕੋਲ 50% ਸ਼ਿਓਰਿਟੀ ਹੋਵੇ ਕਿਸੇ ਚੀਜ਼ ਦੀ, ਉਹਨੂੰ ਕਹਿੰਦੇ ਪ੍ਰੋਬੇਬਿਲਿਟੀ। ਜੇ ਮੈਥਮੈਟਿਕਲੀ ਡਿਫਾਈਨ ਕਰਨ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਕਹਿੰਦੇ ਹਾਂ ਪ੍ਰੋਬੇਬਿਲਿਟੀ ਆਫ ਹੈੱਡ ਕਮਿੰਗ ਅਪ ਇਕੁਅਲ ਹੋਏਗੀ ਨੰਬਰ ਆਫ ਵੇਜ਼ ਇਨ ਵਿਚ ਹੈੱਡ ਅਪ ਡਿਵਾਈਡਡ ਬਾਈ ਟੋਟਲ ਨੰਬਰ ਆਫ ਵੇਜ਼। ਇੱਕ ਵਾਰੀ ਮੇਰੇ ਕੋਲ ਹੈੱਡ ਅਪ ਆਇਆ, ਟੋਟਲ ਨੰਬਰ ਵੀ ਕੇਸਿਸ ਕਿੰਨੇ ਹੀ? 2, ਠੀਕ ਹੈ ਜੀ। ਅਤੇ ਜੇ ਮੈਂ ਜਨਰਲ ਮੰਨ ਲਓ ਐਮ ਮੇਰੇ ਕੋਲ ਇੱਕ ਕੋਈ ਵੀ ਹੈਗਾ, ਮੈਂ ਐਮ ਵੇਜ਼ ਦੇ ਨਾਲ ਕਿਸੇ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ ਇੱਕ ਹੈੱਡ ਨੂੰ ਐਮ ਲੈ ਲਓ, ਚਲੋ ਮੰਨ ਲਓ, ਠੀਕ ਹੈ। ਐਨ ਟਾਈਮਸ ਮਤਲਬ ਨੰਬਰ ਆਫ ਟਾਈਮਸ ਮੈਂ ਉਹਨੂੰ ਥਰੋ ਕਰਕੇ ਦੇਖਦੀ ਹਾਂ ਬਾਰ-ਬਾਰ ਪ੍ਰੋਬੇਬਿਲਿਟੀ ਚੈੱਕ ਕਰਨ ਦੇ ਲਈ। ਉਹਦਾ ਫਾਰਮੂਲਾ ਸੇਮ ਹੀ ਰਹਿਣਾ, ਨੰਬਰ ਆਫ ਵੇਜ਼ ਇਨ ਵਿਚ ਈਵੈਂਟ ਅਕਰ ਡਿਵਾਈਡਡ ਬਾਈ ਟੋਟਲ ਨੰਬਰ ਆਫ ਲਾਈਕਲੀ ਕੇਸਿਸ। ਇਹਦਾ ਕੀ ਮਤਲਬ ਹੋਇਆ? ਪ੍ਰੋਬੇਬਿਲਿਟੀ ਆਫ ਕਿੰਨੇ ਵੇਜ਼ ਜਾਂ ਕਿੰਨੇ ਪਾਰਟੀਕਲ ਐਮ ਵੇਜ਼ ਇਕੁਅਲ ਕਾਹਦੇ ਹੋ ਜਾਏਗੀ? ਕਿੰਨੇ ਨੰਬਰ ਆਫ ਵੇਜ਼ ਆ ਜਾਂ ਕਿੰਨੇ ਕੋਇਨਸ ਆ ਐਮ ਡਿਵਾਈਡਡ ਬਾਈ ਨੰਬਰ ਆਫ ਵੇਜ਼ ਪਲੱਸ ਟੋਟਲ ਨੰਬਰ ਆਫ ਇਕੁਅਲੀ ਲਾਈਕਲੀ ਕੇਸਿਸ, ਦੈਟ ਇਜ਼ ਐਮ ਪਲੱਸ ਐਨ। ਅਗਰ ਆਪਾਂ ਗੱਲ ਕਰੀਏ ਨੋਨ ਅਕੁਰੈਂਸ ਇਵੈਂਟਸ ਦੀ ਪ੍ਰੋਬੇਬਿਲਿਟੀ ਕੀ ਹੋਊਗੀ? ਜਦੋਂ ਆਪਾਂ ਅਕੁਰੈਂਸ ਦੀ ਗੱਲ ਕਰਦੇ ਹਾਂ, ਆਪਾਂ ਜਿੱਥੇ ਐਮ ਫੈਕਟਰ ਆ ਰਿਹਾ ਉਹਨੂੰ ਐਨ ਨਾਲ ਰਿਪਲੇਸ ਕਰ ਦਿੰਦੇ ਸਿੰਪਲ। ਉਦੋਂ ਸਾਡੇ ਕੋਲ ਇੱਥੇ ਕੀ ਹੋ ਜਾਂਦਾ? ਟੋਟਲ ਨੰਬਰ ਆਫ ਇਕੁਅਲੀ ਲਾਈਕਲੀ ਕੇਸਿਸ ਡਿਵਾਈਡਡ ਬਾਈ ਨੰਬਰ ਆਫ ਵੇਜ਼ ਇਨ ਵਿਚ ਈਵੈਂਟ ਅਕਰ ਪਲੱਸ ਟੋਟਲ ਨੰਬਰ ਆਫ ਕੇਸਿਸ, ਠੀਕ ਹੈ ਜੀ। ਆਹ ਫਾਰਮੂਲਾ ਥੋੜ੍ਹਾ ਚੇਂਜ ਹੋਣਾ ਬਸ। ਤੁਸੀਂ ਜਿਹੜੀ ਚੀਜ਼ ਸਮਝਣੀ ਆ ਪ੍ਰੋਬੇਬਿਲਿਟੀ ਹੁੰਦੀ ਕੀ ਆ? ਜਿਹੜੀ ਚੀਜ਼ ਡਿਪੈਂਡ ਕਰੇ ਚਾਂਸ 'ਤੇ, ਠੀਕ ਹੈ। ਐਗਜ਼ਾਮਪਲ ਦੇ ਦੇਣੀ ਵੀ ਜੇ ਆਪਾਂ ਕੋਇਨ ਨੂੰ ਟੌਸ ਕਰਦੇ ਹਾਂ, ਹੋ ਸਕਦਾ ਇੱਕ ਵਾਰੀ ਹੈੱਡ ਆਵੇ, ਹੋ ਸਕਦਾ ਇੱਕ ਵਾਰੀ ਟੇਲ ਆਵੇ, ਠੀਕ ਹੈ। ਕੋਈ ਪੋਸੀਬਿਲਿਟੀ ਨਹੀਂ, ਹੋ ਸਕਦਾ ਦੋਵੇਂ ਵਾਰੀ ਹੈੱਡ ਆ ਜੇ, ਹੋ ਸਕਦਾ ਦੋਵੇਂ ਵਾਰੀ ਟੇਲ ਆ ਜੇ, ਰਾਈਟ। ਸੋ ਫਾਰਮੂਲਾ ਇੱਕ ਸਮਝਣਾ ਸਿੰਪਲ ਜਿਹਾ ਕਿ ਪ੍ਰੋਬੇਬਿਲਿਟੀ ਕਾਹਦੀ ਇਕੁਅਲ ਹੁੰਦੀ ਹੈ? ਹਮੇਸ਼ਾ ਨੰਬਰ ਆਫ ਵੇਜ਼ ਇਨ ਵਿਚ ਈਵੈਂਟ ਅਕਰ ਡਿਵਾਈਡਡ ਬਾਈ ਟੋਟਲ ਨੰਬਰ ਆਫ ਇਕੁਅਲੀ ਲਾਈਕਲੀ ਕੇਸਿਸ। ਇਕੁਅਲੀ ਲਾਈਕਲੀ ਕੇਸਿਸ ਦਾ ਮਤਲਬ ਹੁੰਦਾ ਟੋਟਲ ਨੰਬਰ ਆਫ ਵੇਜ਼ ਕਿੰਨੇ ਹੋਣਗੇ, ਕਿੰਨੀ ਵਾਰੀ ਤੁਸੀਂ ਕਿਸੇ ਚੀਜ਼ ਨੂੰ ਟੌਸ ਕਰ ਸਕਦੇ ਹੋ, ਠੀਕ ਹੈ। ਹੁੰਦੀ ਹੈ ਪ੍ਰੋਬੇਬਿਲਿਟੀ, ਰਾਈਟ। ਪ੍ਰੋਬੇਬਿਲਿਟੀ ਦੀ ਇੱਕ ਐਗਜ਼ਾਮਪਲ ਦਿੱਤੀ ਆ ਪੁੱਤਰ ਕਿ ਸਪੋਜ਼ ਕਰੋ ਆਪਾਂ ਕਿੰਗ ਆਫ ਹਰਟਸ ਵਾਲੇ ਕਾਰਡ ਕੱਢਣੇ ਆ। ਸਾਡੇ ਕੋਲ 52 ਟੋਟਲ ਕਾਰਡ ਹੁੰਦੇ ਜਿਹਨੂੰ ਅਸੀਂ ਸ਼ਫਲ ਕਰੀ ਜਾਂਦੇ ਹਾਂ, ਠੀਕ ਹੈ। ਟੋਟਲ ਨੰਬਰ ਆਫ ਇਕੁਅਲੀ ਲਾਈਕਲੀ ਵੇਜ਼ ਮਤਲਬ ਕਿੰਨੀਆਂ ਚੀਜ਼ਾਂ ਨੇ ਮੇਰੇ ਕੋਲ? 52 ਕਾਰਡ ਆ। ਇਹਦਾ ਮਤਲਬ ਜਿਹੜੇ ਹਾਰਟ ਵਾਲੇ ਕਿੰਗਸ ਆ ਮੈਂ ਉਹ ਕੱਢਣੇ ਆ, ਠੀਕ ਆ। ਸੋ ਮੈਂ ਇੱਕ ਵਾਰੀ ਸ਼ਫਲ ਕਰੂੰਗੀ ਨਾ, ਜਿਹੜਾ ਈਵੈਂਟ ਆ ਉਹ ਇੱਕ ਵਾਰੀ ਅਕਰ ਹੋਊਗਾ। ਅਗਰ ਇੱਕ ਵਾਰੀ ਅਕਰ ਹੋਊਗਾ ਦੈਟ ਮੀਨਸ ਮੇਰੇ ਕੋਲ ਸਿਰਫ ਇੱਕ ਪੋਸੀਬਲ ਵੇ ਹੋਊਗਾ, ਠੀਕ ਆ, ਕਾਰਡਸ ਨੂੰ ਸ਼ਫਲ ਕਰਨ ਦੇ ਲਈ। ਮੈਂ ਚਾਰੇ ਕਾਰਡ ਜਿਹੜੇ, ਕਿਉਂਕਿ ਮੇਰੇ ਕੋਲ 52 ਪੱਤੇ ਆ, ਮੈਂ ਇੱਕ ਕਿੰਗ ਸਿਲੈਕਟ ਕਰਨਾ।
ਹਰਟ ਵਾਲਾ ਕਿੰਗ ਤੇ ਇੱਕ ਹੀ ਹੈ ਨਾ ਚਾਰਾਂ ਚੋਂ, 4 ਟੋਟਲ ਹੁੰਦੇ ਆ, ਠੀਕ ਆ। ਤੇ ਜੇ ਮੈਂ ਉਹਦੀ ਪ੍ਰੋਬੇਬਿਲਿਟੀ ਕੱਢਣੀ ਹੋ ਕਿਉਂਕਿ 1 ਡਿਵਾਈਡਡ ਬਾਈ 52, 1 ਕਿਉਂ ਹੋਊਗਾ, ਜਿੰਨੇ ਨੰਬਰ ਆਫ ਕੇਸਿਸ ਹੋਣਗੇ, ਤੇ n ਕੀ ਟੋਟਲ ਨੰਬਰ ਆਫ ਟਰਮਸ, ਮਤਲਬ ਕਿੰਨੀ ਪ੍ਰੋਬੇਬਿਲਿਟੀ ਬਣਦੀ ਆ, ਉਹ ਕੀ 52, ਠੀਕ ਆ। ਟੋਟਲ ਕਾਰਡ ਤੇ 52 ਹੀ ਹੈ ਨਾ, ਤਾਂ ਕਰਕੇ ਇੱਥੇ n ਆ ਗਿਆ। ਉਹਨਾਂ ਚੋਂ ਮੈਂ ਕਿੰਨੇ ਸਿਲੈਕਟ ਕਰਨੇ ਆ, ਇੱਕ ਕਿੰਗ ਚਾਹੀਦਾ ਹਰਟ ਵਾਲਾ, ਉਹ ਕਿਹੜਾ ਸੀ 1, ਠੀਕ ਆ। ਇੱਕ ਹੀ ਪੋਸੀਬਲ ਹੈ ਨਾ, ਤਾਂ ਕਰਕੇ ਪ੍ਰੋਬੇਬਿਲਿਟੀ ਫਿਰ ਕੀ ਹੋਊਗੀ 1 ਡਿਵਾਈਡਡ ਬਾਈ 52। ਆਈ ਥਿੰਕ ਹੁਣ ਤੁਹਾਨੂੰ ਕਲੀਅਰ ਹੋਊਗੀ ਡੈਫੀਨੇਸ਼ਨ, ਪ੍ਰੋਬੇਬਿਲਿਟੀ, ਸਾਰੇ ਫੈਕਟਰਸ ਔਰ ਪ੍ਰੋਬੇਬਿਲਿਟੀ ਦੀ ਡੈਫੀਨੇਸ਼ਨ, ਠੀਕ ਹੈ ਜੀ। ਥੈਂਕ ਯੂ।